ਆ ਜਿੰਨੇ ਵੀ ਕਿਸਾਨ ਬੈਠੇ ਨੇ 95% ਕਿਸਾਨ ਜਿਹੜੇ ਨੇ ਉਹ 2 ਤੋਂ 5 ਏਕੜ ਤੱਕ ਹੀ ਸੀਮਤ ਨੇ। 1 ਕਰੋੜ ਦੀ ਤਾਂ ਸਾਡੇ ਕੋਲ ਆਪਣੀ ਜਾਇਦਾਦ ਹੀ ਹੈ ਨਹੀਂ। ਕਿ ਇਹ ਲੋਕ ਇਸੇ ਸੱਤਾ ਤੇ ਬੈਠ ਕੇ ਏਡੇ ਵੱਡੇ ਕਾਨੂੰਨ ਤਿਆਰ ਕਰਦੇ ਪਏ ਨੇ ਕਿ ਕਿਸਾਨ ਦਾ ਪ੍ਰਦੂਸ਼ਣ ਤਾਂ WHO ਨੇ ਰਿਪੋਰਟ ਦੇ ਦਿੱਤੀ ਵੀ 6% ਹੈਗਾ। 94% ਪ੍ਰਦੂਸ਼ਣ ਜਿਹੜਾ ਹੈਗਾ ਭੱਠਿਆਂ ਦਾ, ਫੈਕਟਰੀਆਂ ਦਾ ਜਾਂ ਹੋਰ ਜਿਹੜੇ ਸਾਧਨ ਵਹੀਕਲ ਨੇ ਇਹਨਾਂ ਦਾ। ਹੁਣ 3 ਕਰੋੜ ਦੇ ਕਰੀਬ ਇੱਥੇ ਦਿੱਲੀ ਵਿੱਚ ਗੱਡੀ ਹੈਗੀ, ਕੀ ਉਹਦਾ ਪ੍ਰਦੂਸ਼ਣ ਨਹੀਂ? ਮੈਂ ਅੱਜ ਆਪ ਜੀ ਦੇ ਮਾਧਿਅਮ ਰਾਹੀਂ ਇਹ ਗੱਲ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਵੀ ਕਹਿਣਾ ਚਾਹਣਾ ਕਿ ਜੇਕਰ ਆਖਰੀ ਕੋਲ ਹੈ ਪੰਜਾਬ ਦਾ, ਪੂਰੇ ਹਿੰਦੁਸਤਾਨ 'ਚ ਦੇਸ਼ ਦਾ ਆਖਰੀ ਕੋਲ ਹੈ, ਇਸ ਤੋਂ ਅੱਗੇ ਕੋਈ ਕੋਲ ਨਹੀਂ ਹੋਵੇਗਾ। ਮੈਂ 52 ਸਾਲ ਦੀ ਉਮਰ ਵਿੱਚ ਅੱਜ ਤੱਕ ਇਹੋ ਜਿਹਾ ਅੰਦੋਲਨ ਨਹੀਂ ਦੇਖਿਆ। 40 ਕਿਲੋਮੀਟਰ ਦੇ ਕਾਫਲੇ ਸਾਰੇ ਬਾਰਡਰਾਂ ਤੇ ਆ ਚੁੱਕੇ ਨੇ ਹਰੇਕ ਪਾਸੇ। ਇਹ ਇਕੱਲਾ ਪੰਜਾਬ ਵਾਲੇ ਪਾਸਿਓਂ ਨਹੀਂ, ਹਰਿਆਣਾ, ਯੂਪੀ, ਕਰਨਾਲ, ਕੇਰਲਾ, ਉੱਤਰਾਖੰਡ, ਉੱਤਰਾਂਚਲ, ਮਹਾਰਾਸ਼ਟਰ, ਰਾਜਸਥਾਨ, ਸਾਰੇ ਪਾਸਿਓਂ ਕਿਸਾਨ ਜਿਹੜਾ ਹੈਗਾ ਉਹ ਚੱਲ ਪਿਆ। ਕਿਉਂਕਿ ਪਹਿਲ ਕਦਮੀ ਜਿਹੜੀ ਅੰਦੋਲਨ ਦੀ ਉਹ ਪੰਜਾਬੀਆਂ ਨੇ ਕੀਤੀ ਸੀ, ਪੰਜਾਬ ਨੇ ਕੀਤੀ ਸੀਗੀ। ਕਿਉਂਕਿ ਹੁਣ ਤਾਂ ਉਹ ਕੰਮ ਰਹਿ ਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਨਿੱਤਰੂ ਵੜੇਵੇਂ ਖਾਣੇ। ਏਕੇ ਨਾਲ ਟੱਲ ਜਿੱਤਾਂਗੇ, ਅੱਜ ਨਹੀਂ ਤੇ ਕੱਲ ਜਿੱਤਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਅਸੀਂ ਅੱਜ ਕਹਿ ਸਕਦੇ ਹਾਂ ਦਿੱਲੀ ਦੀ ਹਿੱਕ ਤੇ ਬੈਠੇ ਹਾਂ। ਤੁਸੀਂ ਜਾਣਦੇ ਹੋ, ਤੁਸੀਂ ਪਹਿਲਾਂ ਵੀ ਲਾਈਵ ਦੇਖੇ ਨੇ ਕਿ ਅਸੀਂ ਪਟਿਆਲੇ ਤੋਂ ਤੁਰੇ ਸੀ। ਉਸ ਤੋਂ ਬਾਅਦ 2 ਦਿਨ ਪਹਿਲਾਂ ਸ਼ੰਭੂ ਬਾਰਡਰ ਦੇ ਉੱਤੇ ਜੋ ਕੁਝ ਵਾਪਰਿਆ, ਇੱਕ ਚੀਜ਼ ਤੁਹਾਨੂੰ ਦਿਖਾਈ ਕਿ ਜਿੱਦਾਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ, ਟੀਅਰ ਗੈਸ ਵਰਤੀ ਗਈ, ਆਸੂ ਗੈਸ ਦੇ ਗੋਲੇ ਸੁੱਟੇ ਗਏ ਕਿਸਾਨਾਂ ਦੇ ਉੱਤੇ। ਪਰ ਫਿਰ ਵੀ ਬੈਰੀਅਰ ਜਿਹੜੇ ਸੀ ਤੋੜ ਕੇ, ਬੈਰੀਕੇਡ ਜਿਹੜੇ ਸੀ ਉਹ ਦਰਿਆ 'ਚ ਸੁੱਟ ਕੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ 'ਤੇ ਚੜ੍ਹਾਈ ਕਰਨ ਵਾਸਤੇ ਨਿਕਲ ਗਏ। ਖੱਟੜ ਸਰਕਾਰ ਨੇ ਚਾਹੇ 10-10 ਫੁੱਟ ਡੂੰਘੇ ਖੱਡੇ ਪੱਟੇ ਹੋਣ, 20 ਫੁੱਟ ਡੂੰਘੇ ਖੱਡੇ ਪੱਟੇ ਹੋਣ, ਪਰ ਕਿਸਾਨ ਜਥੇਬੰਦੀਆਂ ਨਹੀਂ ਰੁਕੀਆਂ। ਤੇ ਇੱਕ ਕਿਸਾਨ ਜਥੇਬੰਦੀ ਅਜਿਹੀ ਹੈ BKU, ਭਾਰਤੀ ਕਿਸਾਨ ਯੂਨੀਅਨ। ਉਹ ਅਸੀਂ ਦੇਖਦੇ ਆਏ ਹਾਂ, ਤੁਹਾਨੂੰ ਲਾਈਵ ਵੀ ਵਿਖਾਉਂਦੇ ਆਏ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਵੱਡੇ ਹਜੂਮ ਨੂੰ ਨਾਲ ਨੌਜਵਾਨਾਂ ਨੂੰ ਲੈ ਕੇ, ਚਾਹੇ ਗਾਇਕ ਹੋਣ, ਐਕਟਰਸ ਹੋਣ, ਲੈ ਕੇ ਅਵੇਅਰ ਕਰ ਰਹੇ ਸੀ ਨੌਜਵਾਨਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ। ਅੱਜ BKU ਦੇ ਪ੍ਰਧਾਨ ਹੀ ਸਾਡੇ ਨਾਲ ਨੇ ਤੇ ਉਹਨਾਂ ਨਾਲ ਅਸੀਂ ਗੱਲ ਕਰਕੇ ਜਾਣਦੇ ਹਾਂ ਕਿ ਆਖਿਰ ਇਹ ਮੂਵਮੈਂਟ ਹੁਣ ਦਿੱਲੀ ਤੱਕ ਤਾਂ ਪੰਜਾਬ ਤੋਂ ਪਹੁੰਚ ਗਈ ਹੈ। ਮੋਰਚੇ ਪਹਿਲਾਂ ਪੰਜਾਬ 'ਚ ਲੱਗੇ ਹੋਏ ਸੀ, ਹੁਣ ਦਿੱਲੀ ਦੀ ਹਿੱਕ ਤੇ ਮੋਰਚਾ ਲੱਗ ਗਿਆ ਹੈ। ਪਰ ਇਸ ਮੋਰਚੇ ਦੀ ਅਗਲੀ ਰੂਪ ਰੇਖਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਹੈ ਕਿ 30 ਜਥੇਬੰਦੀਆਂ ਦਾ ਫੈਸਲਾ ਅੱਜ ਮੀਟਿੰਗ ਹੋਈ ਸੀ। ਉਹਦੇ ਵਿੱਚ ਅਸੀਂ ਫੈਸਲਾ ਕੀਤਾ, ਇੱਕ ਵਾਰ ਤਾਂ ਅਸੀਂ ਇੱਥੇ ਇਹਦੀ ਦਿੱਲੀ ਦੀ ਹਿੱਕ ਤੇ ਇੱਥੇ ਹੀ ਬੈਠਾਂਗੇ। ਉਸ ਤੋਂ ਬਾਅਦ ਨਵੀਂ ਰਣਨੀਤੀ ਤਿਆਰ ਕਰਕੇ ਉਸ ਤੋਂ ਬਾਅਦ ਅਸੀਂ ਅਗਲੇ ਫੈਸਲੇ 'ਚ ਦਿੱਲੀ ਨੂੰ ਜਾਵਾਂਗੇ ਜਾਂ ਪੂਰੇ ਦਿੱਲੀ ਦੇ 4 ਸਫੇਰ ਦੇ ਰਸਤੇ ਬੰਦ ਕਰਕੇ ਦਿੱਲੀ ਦੀ ਨੱਕ 'ਚ ਦਮ ਕਰ ਦਿਆਂਗੇ। ਦਿੱਲੀ ਦੀ ਨੱਕ 'ਚ ਦਮ ਤਾਂ ਅਸੀਂ ਕਰ ਦਾਂਗੇ, ਪਰ ਤੁਹਾਨੂੰ ਲੱਗਦਾ ਕਿ ਦਿੱਲੀ ਦੀ ਨੱਕ 'ਚ ਦਮ ਕਰਨਾ ਇੰਨਾ ਆਸਾਨ ਹੈ? ਕਿਉਂਕਿ ਜਿੱਥੇ ਸਾਡੀ ਸੋਚ ਖਤਮ ਹੁੰਦੀ ਉੱਥੇ ਉਹਨਾਂ ਦੀ ਸ਼ੁਰੂ ਹੁੰਦੀ ਹੈ। ਉਹ ਆਪਣੀ ਸੋਚ ਉਸ ਹਿਸਾਬ ਨਾਲ ਚੱਲਦੇ ਨੇ, ਕਿਉਂਕਿ ਜੋ ਸਟ੍ਰੈਟਜੀਜ਼ ਉਹਨਾਂ ਨੇ ਬਣਾਈਆਂ ਹੋਈਆਂ ਨੇ। ਜਾਂ ਕਿਸਾਨ ਜਥੇਬੰਦੀਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇੱਕੋ ਹੀ ਚੀਜ਼ ਹੈ ਕਿ ਅਸੀਂ ਪਿਛਲੇ 50 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਅਟਕੇ ਹੋਏ ਹਾਂ। ਸਾਡੀਆਂ ਮੰਗਾਂ ਹੀ ਨਹੀਂ ਉਹਨਾਂ ਨੇ ਮੰਨੀਆਂ, ਹੱਕ ਸਾਨੂੰ ਕਿੱਥੇ ਦੇ ਦੇਣਗੇ? ਹੁਣ ਕਿਸਾਨ, ਜਵਾਨ, ਮਜ਼ਦੂਰ, ਆੜ੍ਹਤੀਏ ਸੜਕਾਂ ਉੱਤੇ ਤਾਂ ਆਏ ਆ ਜਦ ਉਹਨਾਂ ਨੂੰ ਲੱਗਿਆ ਕਿ ਹੁਣ ਸਾਡੀਆਂ ਹੱਥ 'ਚੋਂ ਜ਼ਮੀਨਾਂ ਵੀ ਖੁੱਸਣ ਵਾਲੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਇੰਨੀ ਆਸਾਨੀ ਦੇ ਨਾਲ ਇਹ ਸਰਕਾਰਾਂ ਮੰਨ ਜਾਣਗੀਆਂ? ਕਾਰਨ ਹੈ ਕਿ ਹੁਣ ਜਦੋਂ ਜਨਤਾ ਦਾ ਮੂਡ ਇਸ ਗੱਲ ਨੂੰ ਹੋ ਗਿਆ ਕਿ ਲੋਕ ਲਹਿਰ ਬਣ ਗਈ ਆ। ਸੰਘਰਸ਼ ਦੀ ਜਦੋਂ ਲੋਕ ਲਹਿਰ ਬਣ ਜਾਂਦੀ ਨਾ, ਸਾਰੇ ਮੋਰਚੇ ਤੋਂ ਫਤਿਹ ਹੋ ਜਾਂਦੇ ਨੇ। ਇਸ ਕਰਕੇ ਅਸੀਂ ਜਿੱਤ ਕੇ ਜਾਵਾਂਗੇ ਦਿੱਲੀ ਨੂੰ, ਕਦੇ ਵੀ ਪਿੱਛੇ ਨਹੀਂ ਮੁੜਾਂਗੇ। ਜਿੰਨਾ ਚਿਰ ਸਾਡਾ ਹੱਕ ਨਹੀਂ ਸਾਨੂੰ ਮਿਲਦਾ, ਕਾਲੇ ਕਾਨੂੰਨ ਵਾਪਸ ਨਹੀਂ ਸਰਕਾਰ ਕਰਦੀ, ਅਸੀਂ ਇੱਥੇ ਬੇਇੱਜ਼ਤ ਬੈਠੇ ਰਹਾਂਗੇ। ਬਿਲਕੁਲ, ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ, ਪਰ ਅਗਰ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ 31 ਕਿਸਾਨ ਜਥੇਬੰਦੀਆਂ ਪਹਿਲਾਂ ਇਕੱਠੀਆਂ ਸੀ। ਉਸ ਤੋਂ ਬਾਅਦ ਇੱਕ ਟੁੱਟੀ, ਉਸ ਤੋਂ ਬਾਅਦ ਇੱਕ ਹੋਰ ਟੁੱਟੀ, 29 ਰਹਿ ਗਈਆਂ। ਉਸ ਤੋਂ ਬਾਅਦ ਪਤਾ ਨਹੀਂ ਕੀ ਵਾਪਰਿਆ, ਨਹੀਂ ਵਾਪਰਿਆ। ਅੱਜ ਫਿਰ ਤੋਂ ਸਾਰੀਆਂ ਇੱਕ ਦੂਜੇ ਨਾਲ ਸਿਰ ਜੋੜ ਕੇ ਦਿੱਲੀ ਵੱਲ ਚਾਲੇ ਪਾ ਕੇ ਉਰੇ ਬੈਠੀਆਂ ਨੇ ਦਿੱਲੀ ਦੀ ਹਿੱਕ ਦੇ ਉੱਤੇ। ਇਹ ਵੱਖਰੇਵੇਂ ਕਿਉਂ? ਦੂਸਰੇ ਪਾਸੇ ਇਹ ਵੀ ਪ੍ਰਚਾਰਿਆ ਜਾ ਰਿਹਾ, ਦੇਖੋ ਲੜਾਈ ਇੱਕੋ ਹੀ ਹੈ ਦਿੱਲੀ ਜਿੱਤਣ ਦੀ, ਆਰਡੀਨੈਂਸ ਵਾਪਸ ਕਰਵਾਉਣ ਦੀ, ਮੰਗਾਂ ਮਨਵਾਉਣ ਦੀ, ਹੱਕ ਲੈਣ ਦੀ। ਹੁਣ ਅਸੀਂ ਸਿਰਫ ਤੇ ਸਿਰਫ MSP ਤੱਕ ਸੀਮਿਤ ਰਹਿ ਜਾਂਦੇ ਹਾਂ ਜਾਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ? ਕਿਉਂਕਿ ਜਿੱਦਾਂ ਦਾ ਪ੍ਰਚਾਰ ਪ੍ਰਸਾਰ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 50 ਸਾਲ ਤੋਂ ਕੀਤਾ ਗਿਆ, ਉਹ ਸਾਰਿਆਂ ਨੇ ਦੇਖਿਆ। ਸਾਡੇ ਹੱਥ ਕੀ ਅਸੀਂ ਉਹੀ ਵਿਰਾਸਤ ਆਪਣੀ ਨੌਜਵਾਨ ਪੀੜ੍ਹੀ ਨੂੰ ਦੇ ਕੇ ਜਾਣਾ ਚਾਹੁੰਦੇ ਹਾਂ, ਜਾਂ
ਦੀਪ ਸਿੱਧੂ ਵਰਗਾ ਜਾਂ ਹੋਰ ਜਿਹੜੇ ਗਾਇਕ ਹੈਗੇ ਨੇ ਜਾਂ ਲੱਖਾ ਸਿਧਾਣਾ ਵਰਗੇ ਨੌਜਵਾਨ ਹੈਗੇ ਨੇ ਜਿਹੜੇ ਅੱਜ ਹੋਂਦ ਦੀ ਗੱਲ ਕਰਦੇ ਨੇ, ਪੰਜਾਬੀਅਤ ਬਚਾਉਣ ਦੀ ਗੱਲ ਕਰਦੇ ਨੇ, ਜਾਂ ਸਾਨੂੰ ਉਹਨਾਂ ਦੀ ਸਮਝ ਨੂੰ ਅੱਗੇ ਰੱਖ ਕੇ ਚੱਲਣਾ ਚਾਹੀਦਾ ਹੈ, ਜਾਂ ਅਸੀਂ ਸਿਰਫ ਜਿੱਦਾਂ 50 ਸਾਲ ਤੋਂ ਸਾਡੀਆਂ ਮੁਹਿੰਮ ਚੱਲ ਰਹੀ ਹੈ ਉਸੇ ਨੂੰ ਅਸੀਂ ਮਾਰਗਦਰਸ਼ਕ ਬਣਾ ਕੇ ਚੱਲੀਏ? ਨਹੀਂ, ਇਹ ਗੱਲ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਨਾ ਆਪਦਾ ਸੰਘਰਸ਼ ਲੈ ਕੇ ਚੱਲੇ ਆ। ਅਸੀਂ ਕਿਸੇ ਸਿਆਸੀ ਨਾਲ ਨਹੀਂ ਗਏ। ਜਿਹੜਾ ਵੀ ਆਪਦਾ ਝੰਡਾ ਛੱਡ ਕੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦਾ ਅਸੀਂ ਉਹਨੂੰ ਵੈਲਕਮ ਕਰਦੇ ਆ। ਇਸ ਕਰਕੇ ਗਾਇਕ ਕਲਾਕਾਰ ਨੇ ਉਹ ਵੀ ਆਉਂਦੇ ਆ, ਪਰ ਜਿਹੜਾ ਵੀ ਕਿਸਾਨੀ ਸੰਘਰਸ਼ ਲਈ ਆਉਂਦਾ, ਕਿਸਾਨੀ ਸੰਘਰਸ਼ ਦੇ ਝੰਡੇ ਥੱਲੇ ਆਉਂਦਾ, ਅਸੀਂ ਉਹਦੇ ਨਾਲ ਆ, ਉਹਦਾ ਅਸੀਂ ਮਾਣ ਸਤਿਕਾਰ ਵੀ ਕਰਦੇ ਹਾਂ। ਇਹੋ ਜਿਹੀ ਕੋਈ ਪ੍ਰੋਬਲਮ। ਬਾਕੀ ਗੱਲ ਰਹਿ ਗਈ ਹੱਕ ਲੈਣ ਦੀ। ਇਸ ਹੱਕ ਅਸੀਂ ਹਰ ਹਾਲਤ 'ਚ ਲਾਂਗੇ। ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ, ਜਿਹੜੀਆਂ ਤੁਸੀਂ 32 ਦੀ ਗੱਲ ਕਰਦੇ ਸੀ ਕਿ 2 ਜਥੇਬੰਦੀਆਂ ਸਾਡੀਆਂ ਬਾਹਰ ਨੇ, ਸੰਘਰਸ਼ ਟੀਚਾ ਉਹਨਾਂ ਦੇ ਵੀ ਇੱਕ ਆ, ਉਹ ਵੀ ਇੱਥੇ ਰਹੇ ਨੇ, ਇਸੇ ਟੀਚੇ ਤੇ ਆ ਰਹੇ ਆ। ਦਿੱਲੀ ਨੂੰ ਕਿਸਾਨ ਸੰਘਰਸ਼ ਕਮੇਟੀ ਵੀ ਆ ਗਈ ਹੈ ਅਤੇ ਗੁਰਹਾਂ ਵੀ ਆ ਗਈ ਆ। 30 ਦੀਆਂ 32 ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਪੂਰੀਆਂ ਪ੍ਰੋਪਰ ਦਿੱਲੀ ਦੇ 4 ਸਵੇਰੇ ਘੇਰਾ ਪਾਈ ਬੈਠੇ ਨੇ। ਜੀ, ਘੇਰਾ ਤਾਂ ਪਾਈ ਬੈਠੀਆਂ ਨੇ। ਮੇਰੇ ਕਹਿਣ ਦਾ ਮੰਤਵ ਇਹ ਸੀ ਕਿ ਅਗਰ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਠੋਸ ਕੁਝ ਫੈਸਲੇ ਲੈਣ ਸਰਕਾਰਾਂ ਦੇ ਖਿਲਾਫ, ਕਿਉਂਕਿ ਕਿਸਾਨ ਹੀ ਨੇ ਜਿਹੜੇ ਵੋਟਾਂ ਪਾ ਕੇ, ਜਿਹਨਾਂ ਦੀ ਬਹੁਮਤ ਵੋਟਾਂ ਦੇ ਵਿੱਚ ਹੈਗੀ ਹੈ, ਜਿਹੜੇ ਸਰਕਾਰਾਂ ਬਣਾਉਂਦੇ ਨੇ, ਵਿਫਲ ਕਰਦੇ ਨੇ, ਅਤੇ ਕਿਸਾਨ ਹੀ ਨੇ ਜੋ ਅਨਾਜ ਹਰ ਕਿਸੇ ਦੇ ਘਰ ਤੱਕ ਪਹੁੰਚਦਾ ਕਰਦੇ ਨੇ। ਅੱਜ ਕਿਸਾਨਾਂ ਦੀ ਆਪਣੀ ਹੋਂਦ 'ਤੇ ਗੱਲ ਆਈ ਹੈ, ਤੁਸੀਂ ਇਸ ਨੂੰ ਲੜਾਈ ਕਾਹਦੀ ਮੰਨ ਰਹੇ ਹੋ? ਸਿਰਫ ਇਹ MSP ਤੱਕ ਸੀਮਿਤ ਤੁਹਾਨੂੰ ਲੱਗਦੀ ਹੈ? ਕਿਉਂਕਿ ਹੁਣ ਤਾਂ ਹਰਿਆਣੇ ਦੇ ਨਾਲ 3 ਪੰਜਾਬ ਦੇ ਰਾਜ ਜਿਹੜੇ ਹੈਗੇ ਨੇ, ਸਿਟੀਜ਼ ਹੈਗੇ ਨੇ, ਉਹ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੰਮੂ ਦੇ ਨਾਲ ਮਿਲਾਉਣ ਦੀ, ਬੇਸ਼ੱਕ ਉਹ ਫੇਸਬੁੱਕ ਉੱਤੇ ਅੱਜ ਵਾਇਰਲ ਹੋ ਰਹੀਆਂ ਨੇ, ਪਰ ਕੱਲ੍ਹ ਨੂੰ ਉਹ ਆਰਡੀਨੈਂਸ ਵਾਂਗ ਕਦੋਂ ਪਾਸ ਦੇਣਾ ਨੇ ਕਰ ਦੇਣਾ, ਫਿਰ ਤੁਸੀਂ ਕੀ ਕਰੋਗੇ? ਇਸ ਲੜਾਈ ਨੂੰ ਤੁਸੀਂ ਮਤਲਬ ਕਿਸ ਰੂਪ ਰੇਖਾ ਵੱਲ ਲੈ ਕੇ ਜਾ ਰਹੇ ਹੋ? ਇਸ ਦੀ ਅੱਗੇ ਤੁਸੀਂ ਟੀਚਾ ਕੀ ਮਿੱਥਿਆ ਹੈ? ਇਸ ਨੂੰ ਕਿੱਥੇ ਤੁਸੀਂ ਅੰਕੁਸ਼ ਲਗਾਓਗੇ? ਜਾਂ ਜੋ MSP ਇਹਨਾਂ ਨੇ ਹਟਾਈ ਹੈ, ਅਗਰ ਉਹ ਤੁਹਾਨੂੰ ਦੇਤੀ ਵਾਪਸ, ਉੱਥੇ ਖਤਮ ਹੋ ਗਿਆ ਇਹ ਮੋਰਚਾ? ਇਹ ਮੋਰਚਾ ਇੱਥੇ ਖਤਮ ਨਹੀਂ ਹੋਗਾ। ਇਹ 23 ਫਸਲਾਂ ਤੇ MSP ਜਿਹੜੀ ਉਹ ਖਤਮ ਨਹੀਂ ਹੋਣ ਦਿੱਤੀ ਜਾਵੇਗੀ। ਜਿਹੜੇ ਇਹਦੇ ਵਿਰੁੱਧ ਨੇ, ਬਿਜਲੀ ਦਾ ਕਾਨੂੰਨ ਹੈ, ਪਰਾਲੀ ਦਾ ਹੈ, ਜਿਹੜੇ ਇਹਦੇ 3 ਆਰਡੀਨੈਂਸ ਪਾਸ ਕੀਤੇ ਆ, ਇਹਨਾਂ ਦੇ ਵਿੱਚ ਵੀ ਇਹਨਾਂ ਨੂੰ ਸੁਧਾਰ ਕਰਨਾ ਪਊਗਾ। ਬਿਲਕੁਲ ਵਾਪਸ ਨਹੀਂ ਕਰਦੇ, ਸੁਧਾਰ ਕਰਨ ਦੀ ਲੋੜ ਹੈ। ਜ਼ਿਲ੍ਹੇ ਚਲੇ ਜਾਣ ਪੰਜਾਬ ਦੇ 2 4 6 ਕੋਈ ਫਰਕ ਨਹੀਂ ਪੈਂਦਾ? ਨਹੀਂ ਜੀ, ਜ਼ਿਲ੍ਹੇ ਜਾਂਦੇ ਉਹ ਤਾਂ ਇੱਕ ਇਹਨਾਂ ਨੇ ਪ੍ਰੋਪੋਗੰਡਾ ਬਣਾਇਆ ਕਿ ਸੰਘਰਸ਼ ਨੂੰ ਖਤਮ ਕਰਨ ਦੀ ਨੀਤੀ ਤੇ ਆ। ਅਜੇ ਉਹਦੇ ਬਾਰੇ ਤਾਂ ਸਿਆਸੀ ਵੀ ਚੁੱਪ ਬੈਠੇ ਨੇ, ਸਾਰੀਆਂ ਤੋਂ ਬੈਠੇ ਸਿਰਫ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਉਹੋ ਜਿਹੀਆਂ ਜਿਹੜੀਆਂ ਫਵਾਂ ਫੈਲਾਉਂਦੇ ਆ, ਉਹੋ ਜਿਹੀਆਂ ਅਫਵਾਹਾਂ ਫੈਲਾਉਂਦੇ ਨੇ। ਅਤੇ ਇਸ ਚੀਜ਼ ਨੂੰ ਇੱਕ ਹੋਰ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇਹੀ ਸੰਘਰਸ਼ ਅੱਜ ਤੋਂ 35 36 ਸਾਲ ਪਹਿਲਾਂ ਸ਼ਾਇਦ ਸੰਤਾਂ ਨੇ ਵੀ ਸ਼ੁਰੂ ਕੀਤਾ ਸੀ, ਅਤੇ ਉਹ ਰੂਪ ਰੇਖਾ ਉਸ ਦੀ ਕੁਛ ਹੋਰ ਸੀ, ਅਨੰਦਪੁਰ ਦਾ ਮਤਾ ਜਿਸ ਨੂੰ ਅਸੀਂ ਕਹਿੰਦੇ ਹਾਂ। ਅਤੇ ਅੱਜ ਸ਼ਾਇਦ ਅਸੀਂ ਸਾਰੇ ਉਸੇ ਚੀਜ਼ ਨੂੰ ਲੈ ਕੇ ਬੈਠੇ ਹਾਂ, ਦਿੱਲੀ ਦੀ ਹਿੱਕ ਉੱਤੇ ਆ ਕੇ ਬੈਠੇ ਹਾਂ। ਅਤੇ ਤੁਹਾਨੂੰ ਉਸ ਅਤੇ ਇਸ ਸੰਘਰਸ਼ ਦੇ ਵਿੱਚ ਕੀ ਅੰਤਰ ਲੱਗ ਰਿਹਾ ਹੈ ਜਾਂ ਕੀ ਪ੍ਰਾਪਤੀਆਂ ਲੱਗ ਰਹੀਆਂ ਨੇ? ਕੀ ਜਵਾਬ ਦਊਂਗੇ? ਦੇਖੋ, ਸੰਘਰਸ਼ ਦੁਨੀਆ 'ਤੇ ਕੋਈ ਵੀ ਅਣਖੀਲੇ ਯੋਧਿਆਂ ਨੇ ਜਾਂ ਸੰਤਾਂ ਮਹਾਂਪੁਰਸ਼ਾਂ ਨੇ ਕੋਈ ਸੰਘਰਸ਼ ਲੜਿਆ, ਅਤੇ ਉਹਨਾਂ ਨੇ ਕਿਸਾਨੀ ਨੂੰ ਮੱਦੇਨਜ਼ਰ ਰੱਖਦੇ ਹੋਇਆਂ, ਸਾਡੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੰਘਰਸ਼ ਜੀਵਨ ਵਿੱਚ ਲੜੇ ਨੇ। ਔਰ ਇਸੇ ਤਰ੍ਹਾਂ ਹੀ ਉਹਨਾਂ ਦੇ ਕਦਮਾਂ ਦੇ ਉੱਪਰ ਚੱਲਦਿਆਂ ਹੋਇਆਂ ਜਿਹੜੇ ਅੱਜ ਸੰਘਰਸ਼ ਲੜੇ ਜਾ ਰਹੇ ਨੇ, ਮੈਂ ਸਮਝਣਾ ਵੀ 30 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਇੱਕ ਗੁਲਦਸਤੇ ਦੀ ਤੌਰ ਦੇ ਉੱਪਰ ਸਾਰੇ ਪੰਜਾਬ ਦੇ ਵਿੱਚ ਰਿਪਰੈਜ਼ੈਂਟ ਕਰਦੀਆਂ ਪਈਆਂ ਨੇ। ਔਰ ਕਾਫੀ ਲੰਮੇ ਸਮੇਂ ਤੋਂ ਪੂਰੇ ਪੰਜਾਬ ਦੇ ਕਿਸਾਨ ਨੂੰ ਦਰਦ ਨੂੰ ਪਛਾਣਦਿਆਂ ਹੋਇਆਂ, ਜਿਵੇਂ ਕਿ ਸਾਡੇ ਆਰਡੀਨੈਂਸ ਸਾਡੇ ਤੋਂ ਥੋਪੇ ਗਏ, ਉਸ ਤੋਂ ਬਾਅਦ ਕਾਨੂੰਨ ਤੇ ਕਾਨੂੰਨ ਆਉਂਦਾ ਰਿਹਾ, ਬਿਜਲੀ ਸੋਧ ਐਕਟ 2020, ਉਸ ਤੋਂ ਬਾਅਦ ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਕੈਦ ਪ੍ਰਦੂਸ਼ਣ ਦੀ। ਉਹਦੇ ਉੱਤੇ ਜ਼ਰੂਰ ਇੱਕ ਮੈਂ ਗੱਲ ਕਹਿਣੀ ਚਾਹਾਂਗਾ, ਆ ਜਿੰਨੇ ਵੀ ਕਿਸਾਨ ਬੈਠੇ ਨੇ 95% ਕਿਸਾਨ ਜਿਹੜੇ ਨੇ ਉਹ 2 ਤੋਂ 5 ਏਕੜ ਤੱਕ ਹੀ ਸੀਮਤ ਨੇ। 1 ਕਰੋੜ ਦੀ ਤਾਂ ਸਾਡੇ ਕੋਲ ਆਪਣੀ ਜਾਇਦਾਦ ਹੀ ਹੈ ਨਹੀਂ ਗੀ। ਇਹ ਲੋਕ ਇਸੇ ਸੱਤਾ ਤੇ ਬੈਠ ਕੇ ਏਡੇ ਵੱਡੇ ਕਾਨੂੰਨ ਤਿਆਰ ਕਰਦੇ ਪਏ ਨੇ ਕਿ ਕਿਸਾਨ ਦਾ ਪ੍ਰਦੂਸ਼ਣ ਤਾਂ WHO ਨੇ ਰਿਪੋਰਟ ਦੇ ਦਿੱਤੀ ਵੀ 6% ਹੈਗਾ। 94% ਪ੍ਰਦੂਸ਼ਣ ਜਿਹੜਾ ਹੈਗਾ ਭੱਠਿਆਂ ਦਾ, ਫੈਕਟਰੀਆਂ ਦਾ ਜਾਂ ਹੋਰ ਜਿਹੜੇ ਸਾਧਨ ਵਹੀਕਲ ਨੇ ਇਹਨਾਂ ਦਾ। ਹੁਣ 3 ਕਰੋੜ ਦੇ ਕਰੀਬ ਇੱਥੇ ਦਿੱਲੀ ਵਿੱਚ ਗੱਡੀ ਹੈਗੀ, ਕੀ ਉਹਦਾ ਪ੍ਰਦੂਸ਼ਣ ਨਹੀਂ? ਹਰ ਸਾਲ ਸਾਨੂੰ ਕਿਸਾਨ ਨੂੰ, ਪੰਜਾਬ ਦੇ ਕਿਸਾਨ ਨੂੰ ਜਿਹੜਾ ਹਰ ਥਾਂ ਦੇ ਉੱਪਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਇਸ ਚੀਜ਼ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਹ ਕਹਿੰਦੇ ਨੇ ਪੰਜਾਬ ਦਾ ਧੂੰਆਂ ਇੱਥੇ ਆਉਂਦਾ ਅਤੇ ਜਿਹੜਾ ਹਰਿਆਣੇ ਦਾ ਧੂੰਆਂ ਉਹ ਪਾਕਿਸਤਾਨ ਜਾਂਦਾ।
ਇਹ ਚੀਜ਼ਾਂ ਨੂੰ ਦੇਖੋ, ਸਰਕਾਰ ਦੇ ਅੱਗੇ ਅਸੀਂ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਹਾਂ, ਸਰਕਾਰ ਦੇ ਅੱਗੇ ਮੰਗਾਂ ਲੈ ਕੇ ਜਾਂਦੇ ਰਹਿੰਦੇ ਹਾਂ ਕਿ ਇਹ ਚੀਜ਼ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ। ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਕਿਸਾਨ ਨੇ ਜਿਨ੍ਹਾਂ ਨੇ ਹਰ ਚੀਜ਼ ਬਣਾਈ ਹੈ, ਅੱਜ ਚਾਹੇ ਮਜ਼ਦੂਰ ਹੈ, ਆੜ੍ਹਤੀ ਹੈ, ਆਮ ਵਰਗ ਹੈ, ਜਿਨ੍ਹਾਂ ਦੇ ਘਰ 'ਚ ਵੀ ਅਨਾਜ ਵੀ ਹੈ ਅਤੇ ਇਸ ਅੰਨਦਾਤਾ ਦੀ ਵਜ੍ਹਾ ਦੇ ਕਰਕੇ ਹੈ, ਤਾਂ ਫਿਰ ਇਹ ਅੰਨਦਾਤਾ ਆਪਣੇ ਘਰਾਂ ਦੇ ਵਿੱਚੋਂ ਸੰਤਰੀ ਮੰਤਰੀ MLA ਜਾਂ MP ਪੈਦਾ ਕਿਉਂ ਨਹੀਂ ਕਰ ਸਕਦਾ? ਕਿਉਂ ਅਸੀਂ ਉਹਨਾਂ ਰਵਾਇਤੀ ਪਾਰਟੀਆਂ ਵੱਲ ਧੱਕਦੇ ਰਹਿੰਦੇ ਹਾਂ, ਅੱਡੀਆਂ ਚੱਕ ਕੇ ਉਹਨਾਂ ਰਵਾਇਤੀ ਪਾਰਟੀਆਂ ਤੋਂ ਉਮੀਦਾਂ ਕਰਦੇ ਹਾਂ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਇਹ ਸਹੁੰ ਚੱਕੀ ਹੈ ਕਿ ਅੱਜ ਬਾਪ MLA ਹੈ ਤਾਂ ਕੱਲ੍ਹ ਪੁੱਤ ਹੋਊਗਾ, ਪੁੱਤ ਹੈ ਤਾਂ ਅੱਗੇ ਨੂੰਹ ਹੋਊਗੀ, ਨੂੰਹ ਹੈ ਤਾਂ ਅੱਗੇ ਧੀ ਹੋਊਗੀ। ਕਿਉਂ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਪਿੰਡ ਦੇ, ਆਪਣੇ ਹਲਕੇ ਦੇ, ਆਪਣੇ ਜ਼ਿਲ੍ਹੇ ਦੇ ਵਿੱਚੋਂ ਅਜਿਹੇ ਨੌਜਵਾਨੀ ਨੂੰ ਅੱਗੇ ਉਭਾਰ ਕੇ ਨਹੀਂ ਲਿਆ ਸਕ ਰਹੇ ਜਿਨ੍ਹਾਂ ਨੂੰ ਅਸੀਂ MLA ਜਾਂ MP ਬਣਾ ਸਕੀਏ, ਜਿਹੜੇ ਸਾਫ਼ ਸੱਚੀ ਸੁੱਚੀ ਸੀਰਤ ਦੇ ਮਾਲਕ ਹੋਣ? ਦੇਖੋ, ਸਾਫ਼ ਲਫ਼ਜ਼ਾਂ ਵਿੱਚ ਗੱਲ ਹੈ, ਸਾਡੇ ਵਿੱਚ ਬਹੁਤ ਵੱਡੀ ਘਾਟ ਰਹੀ ਆ। ਜਿਹੜਾ ਅੰਦੋਲਨ ਹੁਣ ਚੱਲਿਆ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ, ਇਸ ਅੰਦੋਲਨ ਤੋਂ ਬੜੇ ਸਮੀਕਰਨ ਬਾਹਰ ਆਏ ਨੇ ਤੇ ਆਉਣਗੇ ਵੀ। ਤੁਸੀਂ ਆਪ ਜੀ ਭਾਈ ਸਾਹਿਬ ਜੀ ਦੇਖਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਮੀਕਰਨ ਪੰਜਾਬ ਦੇ ਬਦਲਦੇ ਨੇ, ਕਿਉਂਕਿ ਮੈਂ ਤਾਂ ਦੇਖ ਰਿਹਾ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਉਹ ਅਟੈਂਡ ਕੀਤੀਆਂ ਨੇ, ਭਾਵੇਂ ਉਹ ਦਿੱਲੀ ਦੀ ਸੀਗੀ, ਭਾਵੇਂ ਉਹ ਚੰਡੀਗੜ੍ਹ ਦੇ ਸੀ। ਸਾਡੇ ਪੰਜਾਬ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ, ਇਹਨਾਂ ਨੇ ਮੈਨੂੰ ਰਿਪਰੈਜ਼ੈਂਟ ਕੀਤਾ ਹੋਇਆ ਵੀ ਜਿੰਨੀਆਂ ਮੀਟਿੰਗਾਂ ਆਉਣੀਆਂ ਨੇ ਉਹ ਤੁਸੀਂ ਹੀ ਸ਼ਾਮਲ ਹੋ ਕੇ ਕਰਨੀਆਂ ਨੇ। ਸੋ ਮੈਂ ਉਸੇ ਤਰ੍ਹਾਂ ਚੌਕੀਦਾਰ ਹੋਣ ਦੇ ਨਾਤੇ, ਕਿਸਾਨਾਂ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਸਾਰੀਆਂ ਮੀਟਿੰਗਾਂ ਨੂੰ ਅਟੈਂਡ ਕਰਦਾ ਪਿਆ। ਮੀਟਿੰਗਾਂ ਦੇ ਵਿੱਚੋਂ ਜੋ ਕੁਝ ਮਿਲਿਆ, ਮੈਂ ਸਾਰੇ ਜਥੇਬੰਦੀਆਂ ਨੂੰ, ਭਾਵਨਾਵਾਂ ਨੂੰ ਸਮਝਦਾ ਹੋਇਆ ਇਹ ਗੱਲ ਆਪ ਜੀ ਦੇ ਮਾਧਿਅਮ ਰਾਹੀਂ ਜ਼ਰੂਰ ਕਹਾਂਗਾ ਵੀ ਇਹ ਉਹ ਅੰਦੋਲਨ ਨਹੀਂ ਹੈਗੇ ਵੀ ਜਿਹੜੇ ਪਿੱਛੇ ਲੜ ਚੁੱਕੇ ਹਾਂ, ਜਿਹੜੇ ਪਿੱਛੇ ਅਸੀਂ ਬਹੁਤ ਕੁਝ ਆਪਣਾ ਗਵਾ ਚੁੱਕੇ ਹਾਂ, ਕੁਰਬਾਨੀਆਂ ਵੀ ਦੇ ਚੁੱਕੇ ਹਾਂ। ਇੱਥੇ ਸਾਨੂੰ ਜੋਸ਼ ਤੇ ਹੋਸ਼ ਦੀ ਦੋਨਾਂ ਚੀਜ਼ਾਂ ਦੀ ਲੋੜ ਹੈ, ਬਹੁਤ ਜ਼ਰੂਰਤ ਹੈ। ਸਾਨੂੰ ਹਿੰਸਕ ਟਕਰਾਅ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ। ਸਾਨੂੰ ਕੇਵਲ ਤੇ ਕੇਵਲ ਜਿਹੜੇ ਅੱਜ ਪੱਖ ਲੈ ਕੇ ਤੁਰੇ ਆ, ਜਿਹੜੇ ਝੰਡੇ ਲੈ ਕੇ ਤੁਰੇ ਆ, ਸਾਨੂੰ ਉਹਨਾਂ ਤੇ ਗੱਲ ਕਰਨੀ। ਸਾਡੇ 5 ਝੰਡੇ ਮੇਨ ਨੇ, 3 ਆਰਡੀਨੈਂਸ ਔਰ ਜਿਹੜਾ ਪ੍ਰਦੂਸ਼ਣ ਵਾਲਾ ਬਿਜਲੀ ਸੋਧ ਐਕਟ 2020, ਇਹਨਾਂ ਨੂੰ ਲੈ ਕੇ ਅੱਗੇ ਤੁਰੇ ਹਾਂ। ਜਿਹੜੀ ਅੱਜ ਵੀ ਸਾਨੂੰ, ਕੱਲ੍ਹ ਵੀ ਮੈਨੂੰ ਫੋਨ ਆਇਆ ਹੈ ਰਜੇਸ਼ SP ਦਿੱਲੀ ਤੋਂ, ਜਿਹੜੇ ਅਧਿਕਾਰੀ ਨੇ ਇੱਥੇ ਆਲਾ ਅਧਿਕਾਰੀ, ਉਹ ਮੈਨੂੰ ਕਹਿੰਦੇ ਸੀ ਤੁਹਾਨੂੰ ਗਰਾਊਂਡ ਦੇ ਦਿੰਦੇ ਆ, ਨਿਰੰਕਾਰੀ ਭਵਨ ਲੈ ਲਓ, ਗਰੌੜੀ ਭਵਨ ਲੈ ਲਓ, ਤੁਸੀਂ ਰਾਮਲੀਲਾ 'ਚ ਤੁਹਾਡਾ ਕੋਈ ਸੈਟਿੰਗ ਨਹੀਂ ਹੋਣੀ, ਤੁਹਾਡੇ ਵਹੀਕਲ ਹੀ ਨਹੀਂ ਰੁਕਣੇ, 100 ਟਰਾਲੀ ਤੋਂ ਵੱਧ ਉੱਥੇ ਸਪੇਸ ਹੀ ਆਣੀ ਗੀ। ਅਸੀਂ ਇਹ ਗੱਲ ਕਹੀ ਵੀ 30 ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਉਸ ਤੋਂ ਉਪਰੰਤ ਤੁਹਾਡੇ ਨਾਲ ਕੋਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅਸੀਂ ਏਡੇ ਕਾਲੇ ਨਹੀਂ ਹੈਗੇ, ਅਸੀਂ ਲੋਕਾਂ ਦੀਆਂ, ਜਵਾਨਾਂ ਦੀਆਂ ਤੇ ਆਵਾਮ ਕਿਸਾਨਾਂ ਦੀ ਅਸੀਂ ਭਾਵਨਾਵਾਂ ਨੂੰ ਲੈ ਕੇ ਤੁਰੇ ਹੋਏ ਹਾਂ। ਜੇ 60 ਦਿਨ ਤੋਂ ਲਗਾਤਾਰ 30 ਜਥੇਬੰਦੀਆਂ ਪੂਰੇ ਪੰਜਾਬ ਦੇ ਕਿਸਾਨ ਨੂੰ ਰਿਪਰੈਜ਼ੈਂਟ ਕਰਦੀਆਂ ਪਈਆਂ ਨੇ ਤੇ ਇਸ ਥਾਂ ਦੇ ਉੱਪਰ ਵੀ ਬੈਠ ਕੇ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ ਔਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ, ਔਰ ਖਾਸ ਕਰਕੇ ਜਿਹੜੇ ਨੌਜਵਾਨ ਤਬਕਾ ਹੈ ਸਾਡੇ ਨਾਲ ਵੱਧ ਤੋਂ ਵੱਧ ਆਇਆ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਸੀਂ ਫੈਸਲੇ ਲਵਾਂਗੇ। ਅਦਰਵਾਈਜ਼ ਕੋਈ ਵੀ ਜਥੇਬੰਦੀ, ਆਪ ਜੀ ਨੇ ਗੱਲ ਕੀਤੀ ਵੀ ਜਥੇਬੰਦੀਆਂ ਕਿਉਂ ਘਟਦੀਆਂ ਨੇ, ਕਿਉਂ ਇੱਕ ਤੋਂ ਬਾਹਰ ਜਾਂਦੀਆਂ ਨੇ, ਵੇਖੋ ਇਹਦਾ ਬਹੁਤ ਵੱਡੀ ਗੱਲ ਹੈਗੀ ਆ। ਜਿਹੜੀਆਂ ਜਥੇਬੰਦੀਆਂ 30 ਜਥੇਬੰਦੀਆਂ ਵਿੱਚ ਆਣ ਕੇ ਕਹਿੰਦੀਆਂ ਨੇ ਸਾਡਾ ਤਾਲਮੇਲ ਮੈਂ ਐਕਸ਼ਨ ਤੁਹਾਡੇ ਨਾਲ ਆ, ਬਾਕੀ ਐਕਸ਼ਨ ਸਾਡਾ ਵੱਖਰਾ ਹੋਊਗਾ, ਇਹਨਾਂ ਗੱਲਾਂ ਵੇਖੋ ਮੰਗ ਸਾਡੀ ਵੀ ਉਹੀ ਆ ਜਿਹੜੀਆਂ ਬਾਕੀ ਦੇ ਉਗਰਾਹ ਗਰੁੱਪ ਮੰਗਦਾ ਜਾਂ ਸੰਘਰਸ਼ ਕਮੇਟੀ ਕਹਿੰਦੀ ਹੈਗੀ ਹੈ, ਮੰਗ ਇੱਕੋ ਹੀ ਆ। ਪਰ ਜੇਕਰ ਜਦੋਂ ਤਾਰ ਅਲੱਗ-ਅਲੱਗ ਵੱਜੇਗੀ ਉਸ ਰਾਗ ਦੇ ਵਿੱਚ ਫਰਕ ਆਵੇਗਾ ਤੇ ਜਿਹੜੇ ਸਰੋਤੇ ਬੈਠੇ ਹੋਣਗੇ ਉਹ ਇਹ ਗੱਲ ਕਹਿਣਗੇ ਵੀ ਰਾਗ ਸਹੀ ਨਹੀਂ ਹੈਗਾ, ਹੋਰ ਕੋਈ ਰਾਗੀ ਇੱਥੇ ਬਿਠਾਇਆ ਜਾਵੇ ਜਿਹੜਾ ਰਾਗ ਜਿਹੜਾ ਸਹੀ ਅਲਾਪ ਸਕੇ। ਮੈਂ ਇੱਕੋ ਚੀਜ਼ ਜਾਣਨਾ ਚਾਹਾਂਗਾ ਕਿ 30 ਜਥੇਬੰਦੀਆਂ ਦੀ ਤੁਸੀਂ ਗੱਲ ਕਰ ਰਹੇ ਹੋ, 30-32 ਜਥੇਬੰਦੀਆਂ ਨੇ, ਕੀ ਉਹ ਪੰਜਾਬ ਨੂੰ 13-15 MP ਨਹੀਂ ਦੇ ਸਕਦੀਆਂ? ਕੀ ਅਸੀਂ ਉਸ ਵੱਲ ਸੋਚ ਨਹੀਂ ਸਕਦੇ, ਕਿ ਅਸੀਂ ਉਸ ਵੱਲ ਧਿਆਨ ਨਹੀਂ ਦੇ ਸਕਦੇ? ਮੈਂ ਹਰਜੀਤ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਦਰਾਹੇ ਦਰਾਗੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ। ਪਹਿਲਾਂ ਜਿਹੜਾ ਤੁਸੀਂ ਆਨੰਦਪੁਰ ਦਾ ਮਤਾ ਕਿਹਾ ਸੀਗਾ, ਮੈਂ ਤੁਹਾਨੂੰ ਉਹ ਜਵਾਬ ਦੇ ਰਿਹਾ। ਉਹਦੇ ਵਿੱਚ 18ਵੇਂ ਨੰਬਰ 'ਤੇ ਸਾਡਾ ਇਹ MSP ਦਾ ਮੁੱਦਾ, ਅਤੇ ਦੂਜਾ ਇਹ ਸਾਡੇ ਪੰਜਾਬ ਅਤੇ ਹਰਿਆਣਾ 2 ਬੈਸਟ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਉਪਜਾਊ ਧਰਤੀ ਕਹਿ ਲਓ ਵੀ, ਸਾਡੀ ਜਿੰਨੀ ਵੀ ਫਸਲ ਹੁੰਦੀ ਆ, ਅਸੀਂ ਦੋਨਾਂ ਸਟੇਟਾਂ ਨੇ ਇਸ ਦੇਸ਼ ਨੂੰ ਸਭ ਤੋਂ ਅੱਗੇ ਹੋ ਕੇ ਅਨਾਜ ਪੈਦਾ ਕੀਤਾ ਅਤੇ ਦੇਸ਼ ਦਾ ਢਿੱਡ ਭਰਿਆ। ਅਤੇ ਸਾਡੇ ਤੋਂ ਇਹਨਾਂ ਨੇ ਸਿੱਖ ਕੇ ਜਿਹੜੇ ਸਾਡੇ ਦੂਜੇ ਸੂਬੇ ਨੇ, ਬਿਹਾਰ ਵਗੈਰਾ, ਇਹਨਾਂ ਕੋਲ ਵੀ ਜ਼ਮੀਨਾਂ ਨੇ, ਜਾਇਦਾਦਾਂ ਨੇ, ਇਹ ਸਾਡੇ ਉੱਥੇ ਮਜ਼ਦੂਰੀ ਕਰਨ ਜਾਂਦੇ ਨੇ। ਇਹ ਸਾਡੇ ਪੰਜਾਬ ਅਤੇ ਹਰਿਆਣਾ ਤੋਂ MSP ਦਾ ਮੁੱਦਾ ਸਿੱਖ ਕੇ ਹੁਣ ਇਹਨਾਂ ਵੀ ਉੱਠ ਖੜ੍ਹੇ। ਇਹ ਮੋਦੀ ਸਰਕਾਰ ਨੇ, ਸੈਂਟਰ ਸਰਕਾਰ ਨੇ ਸਾਡੇ ਨਾਲ ਪੰਗਾ ਜਿਹੜਾ ਲਿਆ,
ਇਹ ਸਾਡੇ ਨਾਲ ਤਾਂ ਪੰਗਾ ਲਿਆ ਹੀ ਸੀਗਾ। ਜਿਹੜੀਆਂ ਹੋਰ ਸਟੇਟਾਂ ਨੇ ਹੁਣ ਉਹ ਵੀ ਉੱਠ ਖੜੇ, ਹੁਣ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਕੇ ਉਹ ਵੀ ਸਾਰਾ ਫਾਇਦਾ ਤੇ ਲਾਭ ਉਠਾਉਣਗੇ। ਸੰਧੂ ਸਾਹਿਬ ਤੁਹਾਡੇ ਤੋਂ ਮੈਂ ਪੁੱਛਣਾ ਚਾਹਾਂਗਾ ਕਿ ਜੋ ਗੱਲ ਮੈਂ ਪਹਿਲਾਂ ਕੀਤੀ ਕਿ ਇਹ ਇੱਕ ਹੁਣ ਬਹੁਤ ਵੱਡੀ ਮੂਵਮੈਂਟ ਖੜੀ ਹੋ ਗਈ ਹੈ, ਸ਼ਾਇਦ ਦਿੱਲੀ ਨੇ ਇਸ ਚੀਜ਼ ਦਾ ਸੋਚਿਆ ਤੱਕ ਨਹੀਂ ਸੀ। ਉਹਨਾਂ ਨੂੰ ਲੱਗਾ ਸੀ ਪੰਜਾਬ 'ਚ ਮੋਰਚੇ ਲੱਗੇ ਹੋਏ ਨੇ, ਕੋਈ ਗੱਲ ਨਹੀਂ, ਦਿੱਲੀ ਜਾਣ ਦੀ ਗੱਲ ਕਰ ਰਹੇ ਨੇ ਤੇ ਥੋੜ੍ਹੀਆਂ ਬਹੁਤੀਆਂ ਜਥੇਬੰਦੀਆਂ ਜਾਂ ਜਿਹੜੀਆਂ ਕਿਸਾਨ ਯੂਨੀਅਨਸ ਹੈਗੀਆਂ ਨੇ ਉਹ ਪਹੁੰਚਦੀਆਂ ਹੋਣਗੀਆਂ। ਪਰ ਜਿਸ ਤਰੀਕੇ ਦੇ ਨਾਲ ਦਿੱਲੀ ਨੂੰ ਸਾਰੇ ਪਾਸਿਓਂ ਘੇਰਾ ਪੈ ਰਿਹਾ ਹੈ, ਇਹ ਇੱਕ ਬਹੁਤ ਵੱਡੀ ਮੂਵਮੈਂਟ ਬਣੀ ਹੈ ਤੇ ਇਸ ਵੱਡੀ ਮੂਵਮੈਂਟ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹਰ ਕੋਈ ਐਕਸਪੈਕਟ ਕਰ ਰਿਹਾ ਹੈ। ਅਸੀਂ ਮੀਡੀਆ ਨਾਲ ਜੁੜੇ ਹਾਂ, ਸਾਨੂੰ ਇੰਟਰਨੈਸ਼ਨਲ ਕਾਲਸ ਬਹੁਤ ਆਉਂਦੀਆਂ ਨੇ, ਬਹੁਤ ਤਰ੍ਹਾਂ ਦੇ ਸਾਨੂੰ ਸੁਝਾਅ ਆਏ ਦਿਨ ਦਿੱਤੇ ਜਾਂਦੇ ਨੇ। ਮੈਂ ਤੁਹਾਡੇ ਤੋਂ ਉਹੀ ਇੱਕ ਸਵਾਲ ਮੁੜ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਮੈਨੂੰ ਵਿਦੇਸ਼ਾਂ ਤੋਂ ਜਿੰਨੀਆਂ ਕਾਲਸ ਆਈਆਂ ਨੇ ਉਹਨਾਂ ਨੇ ਇਹ ਕੁਐਸਚਨ ਮੇਰਾ ਨਹੀਂ ਹੈ, ਉਹਨਾਂ ਦਾ ਆਇਆ। ਉਹ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਆਖਿਰ ਉਹ ਪਹਿਲ ਕਦਮੀ ਅਜਿਹੀ ਕਿਉਂ ਨਹੀਂ ਕਰਦੀਆਂ ਕਿ ਆਪਣੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਸਿਆਸੀ ਆਗੂ ਤਿਆਰ ਕਰਨ। ਦੇਖੋ ਜੀ, ਇਸ ਸੰਘਰਸ਼ ਦੇ ਵਿੱਚ ਜਿਹੜੇ ਵੀ ਵਰਕਰ ਸਾਹਿਬਾਨ ਆਏ ਨੇ, ਸਾਡੇ ਕਿਸਾਨ ਆਏ ਨੇ, ਇਹ ਅਲੱਗ-ਅਲੱਗ ਜਥੇਬੰਦੀਆਂ ਨਾਲ ਅਟੈਚ ਨੇ ਐਕਚੁਅਲੀ, ਠੀਕ ਹੈ। ਉਹਨਾਂ ਨੇ ਅਟੈਚ ਹੋਣ ਦੇ ਕਾਰਨ ਜਦੋਂ ਇਹ ਪੂਰੀ ਲਹਿਰ ਬਣ ਜੂਗੀ ਉਦੋਂ ਅਸੀਂ ਸੋਚਾਂਗੇ ਕਿ ਅੱਗੇ ਕੀ ਕਰਨਾ ਹੈ। ਅੱਜ ਅਸੀਂ ਗੈਰ ਸਿਆਸੀ ਹੋ ਕੇ ਕਿਸਾਨੀ ਸੰਘਰਸ਼ ਦੀ ਲੜਾਈ ਲੜ ਰਹੇ ਹਾਂ। ਜਦੋਂ ਕਿਸਾਨੀ ਸੰਘਰਸ਼ ਦੀ ਸਾਡੇ ਪੂਰੀ ਲਹਿਰ ਬਣ ਗਈ ਉਸ ਵੇਲੇ ਸੋਚਾਂਗੇ ਕਿ ਅਗਲਾ ਪੈਂਤੜਾ ਕੀ ਹੋਊਗਾ, ਅਗਲਾ ਫੈਸਲਾ ਕੀ ਹੋਣਾ ਹੈ। ਪਰ ਕਿਤੇ ਨਾ ਕਿਤੇ ਮੈਂ ਸੰਗਤ ਨੂੰ ਇਹੀ ਕਹਿਣਾ ਚਾਹਾਂਗਾ, ਘਾਟ ਸਾਡੇ ਵਿੱਚ ਹਮੇਸ਼ਾ ਇੱਕੋ ਹੀ ਰਹੀ ਹੈ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਅਸੀਂ ਜਿਹੜੀ ਰਣਨੀਤੀ ਹੈ ਉਹ ਬਣਾਉਂਦੇ ਹੋਏ ਕਿਤੇ ਨਾ ਕਿਤੇ ਹਮੇਸ਼ਾ ਮਾਰ ਖਾ ਜਾਂਦੇ ਹਾਂ। ਵੀਰ ਕੁਝ ਕਹਿ ਰਹੇ ਨੇ, ਪਹਿਲਾਂ ਉਹਨਾਂ ਤੋਂ ਪੁੱਛ ਲੈਂਦੇ ਹਾਂ। ਹਾਂਜੀ, ਇੱਕ ਗੱਲ ਅਸੀਂ ਹੋਰ ਜੋੜਨੀ ਚਾਹੁੰਦੇ ਹਾਂ ਵੀ 13 ਨਵੰਬਰ ਨੂੰ ਸਾਡੀ ਪੀਯੂਸ਼ ਗੋਇਲ ਰੇਲ ਮੰਤਰੀ, ਤੋਮਰ ਜੀ ਖੇਤੀਬਾੜੀ ਮੰਤਰੀ ਔਰ ਵਣਜ ਮੰਤਰੀ ਸੋਮ ਪ੍ਰਕਾਸ਼, ਇਹਨਾਂ ਨਾਲ ਮੀਟਿੰਗ ਹੋਈ। 1.5 ਘੰਟਾ ਜਿਹੜਾ ਸਾਡਾ ਕਿਸਾਨਾਂ ਦਾ ਕੇਸ ਸੀਗਾ ਉਹ 1.5 ਘੰਟਾ ਬਹੁਤ ਵਧੀਆ ਪੁੱਟ ਕੀਤਾ, ਬਹੁਤ ਵਧੀਆ ਅੱਗੇ ਰੱਖਿਆ, ਜਿਸ ਤਰ੍ਹਾਂ ਇੱਕ ਜੱਜ ਦੇ ਅੱਗੇ ਵਕੀਲ ਰੱਖਦਾ। ਔਰ ਉਸ ਤੋਂ ਬਾਅਦ ਲੰਚ ਤੋਂ ਬਾਅਦ ਜਦੋਂ ਅਸੀਂ ਬੈਠੇ ਤੇ ਤੋਮਰ ਕਹਿੰਦਾ ਜੀ ਆਹ ਤੁਹਾਨੂੰ ਪ੍ਰਾਪਤੀਆਂ ਦਿਖਾਉਂ, ਕੋਈ ਡਿਸਪਲੇ ਅੱਗੇ ਕਰ ਦਿੱਤੀ, ਕਹਿੰਦਾ ਵੀ ਆਹ ਪ੍ਰਾਪਤੀਆਂ ਤੁਹਾਨੂੰ ਦਿਖਾਉਣੀਆਂ ਨੇ। ਅਸੀਂ ਉੱਥੇ ਰੁਕਿਆ, 3 ਸਪੀਕਰ ਸਾਡੇ ਅਲਾਓ ਕੀਤੇ ਹੋਏ ਸੀਗੇ 30 ਜਥੇਬੰਦੀਆਂ ਵਿੱਚੋਂ, ਕੇਵਲ 3 ਸਪੀਕਰ ਹੀ ਬੋਲਣਗੇ। ਜੇ 27 ਵਿੱਚੋਂ ਕਿਸੇ ਨੇ ਸੁਝਾਅ ਦੇਣਾ ਹੈ ਉਹ ਪਰਚੀ ਤੇ ਨੋਟ ਕਰਕੇ ਅੱਗੇ ਰੱਖ ਸਕਦਾ। ਔਰ ਤੋਮਰ ਨੂੰ ਉੱਥੇ ਰੋਕਿਆ ਗਿਆ, ਜੇ ਪ੍ਰਾਪਤੀ ਕਰਾਉਣੀ ਤੇ ਯੂਪੀ ਦੀ ਗਿਣਾ, ਜੇ ਪ੍ਰਾਪਤੀ ਕਰਾਉਣੀ ਤੇ ਆਪਣੇ ਬਿਹਾਰ ਦੀ ਗਿਣਾ, ਜਿੱਥੋਂ MSP ਨੂੰ ਤੋੜ ਕੇ 1000 ਰੁਪਈਆ ਰੇਟ ਉੱਥੇ ਰਹਿ ਗਿਆ। ਮੈਂ ਅੱਜ ਆਪ ਜੀ ਦੇ ਮਾਧਿਅਮ ਰਾਹੀਂ ਇਹ ਗੱਲ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਵੀ ਕਹਿਣਾ ਚਾਹਣਾ ਕਿ ਜੇਕਰ ਆਖਰੀ ਕੋਲ ਹੈ ਪੰਜਾਬ ਦਾ, ਪੂਰੇ ਹਿੰਦੁਸਤਾਨ 'ਚ ਦੇਸ਼ ਦਾ ਆਖਰੀ ਕੋਲ ਹੈ, ਇਸ ਤੋਂ ਅੱਗੇ ਕੋਈ ਕੋਲ ਨਹੀਂ ਹੋਵੇਗਾ। ਮੈਂ 52 ਸਾਲ ਦੀ ਉਮਰ ਵਿੱਚ ਅੱਜ ਤੱਕ ਇਹੋ ਜਿਹਾ ਅੰਦੋਲਨ ਨਹੀਂ ਦੇਖਿਆ। 40 ਕਿਲੋਮੀਟਰ ਦੇ ਕਾਫਲੇ ਸਾਰੇ ਬਾਰਡਰਾਂ ਤੇ ਆ ਚੁੱਕੇ ਨੇ ਹਰੇਕ ਪਾਸੇ। ਇਹ ਇਕੱਲਾ ਪੰਜਾਬ ਵਾਲੇ ਪਾਸਿਓਂ ਨਹੀਂ, ਹਰਿਆਣਾ, ਯੂਪੀ, ਕਰਨਾਲ, ਕੇਰਲਾ, ਉੱਤਰਾਖੰਡ, ਉੱਤਰਾਂਚਲ, ਮਹਾਰਾਸ਼ਟਰ, ਰਾਜਸਥਾਨ, ਸਾਰੇ ਪਾਸਿਓਂ ਕਿਸਾਨ ਜਿਹੜਾ ਹੈਗਾ ਉਹ ਚੱਲ ਪਿਆ, ਕਿਉਂਕਿ ਪਹਿਲ ਕਦਮੀ ਜਿਹੜੀ ਅੰਦੋਲਨ ਦੀ ਉਹ ਪੰਜਾਬੀਆਂ ਨੇ ਕੀਤੀ ਸੀ, ਪੰਜਾਬ ਨੇ ਕੀਤੀ ਸੀਗੀ। ਕਿਉਂਕਿ ਹੁਣ ਤਾਂ ਉਹ ਕੰਮ ਰਹਿ ਗਿਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਨਿੱਤਰੂ ਵੜੇਵੇਂ ਖਾਣੀ। ਏਕੇ ਨਾਲ ਟੱਲ ਜਿੱਤਾਂਗੇ, ਅੱਜ ਨਹੀਂ ਤੇ ਕੱਲ ਜਿੱਤਾਂਗੇ। ਬਿਲਕੁਲ। ਤੇ ਨੌਜਵਾਨ ਆਗੂ ਵੀ ਕਿਸਾਨ ਜਥੇਬੰਦੀਆਂ ਦੇ ਸਾਡੇ ਨਾਲ ਬੈਠੇ ਹੋਏ ਨੇ, ਉਹਨਾਂ ਤੋਂ ਵੀ ਪੁੱਛਣਾ ਚਾਹਾਂਗੇ ਤੁਸੀਂ ਕੀ ਕਹੋਗੇ। ਇੰਨੀ ਵੱਡੀ ਮੂਵਮੈਂਟ ਹੈ, ਇਸ ਨੂੰ ਤੁਸੀਂ ਕਿੱਥੇ ਵੇਖਦੇ ਹੋ? ਇਸ ਦੀਆਂ ਕੀ, ਕੈਮਰੇ ਵੱਲ ਨੂੰ ਫੇਸ ਕਰ ਲਓ, ਇਸ ਦੀਆਂ ਤੁਸੀਂ ਕੀ ਪ੍ਰਾਪਤੀਆਂ ਐਕਸਪੈਕਟ ਕਰ ਰਹੇ ਹੋ? ਪ੍ਰਾਪਤੀ ਤਾਂ ਵੈਸੇ ਬਹੁਤ ਵੱਡੀ ਹੈ ਕਿ ਅਸੀਂ ਦਿੱਲੀ ਦੀ ਹਿੱਕ ਤੇ ਆ ਕੇ ਬਹਿ ਗਏ ਹਾਂ, ਮੋਰਚਾ ਲਾ ਲਿਆ ਹੈ, ਪਰ ਇਸ ਤੋਂ ਅੱਗੇ ਕੀ ਪ੍ਰਾਪਤੀ? ਤਾਂ ਪਹਿਲਾਂ ਸਾਡੀ ਇਹੀ ਹੈ ਜੀ, ਜਿਹੜਾ ਸਾਰਾ ਸਾਡਾ ਕਿਸਾਨ ਭਾਈਚਾਰਾ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ। ਅੱਜ ਪੋਲੀਟੀਕਲ ਪਾਰਟੀਆਂ ਨੂੰ ਛੱਡ ਕੇ ਅੱਜ ਆਪ ਮਾਹਰਾ ਹੋ ਕੇ ਕਿਸਾਨ ਰੋਡਾਂ ਤੇ ਆ ਗਿਆ, ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਿਹਾ, ਉਹਨਾਂ ਦਾ ਹੁਕਮ ਮੰਨ ਰਿਹਾ, ਪੋਲੀਟੀਕਲ ਪਾਰਟੀ ਨੂੰ ਪਿੱਛੇ ਛੱਡਦਾ। ਸਭ ਤੋਂ ਵੱਡੀ ਪ੍ਰਾਪਤੀ ਤਾਂ ਸਾਡੀ ਇਹ ਹੈ ਜੀ, ਪੰਜਾਬ ਸਾਡਾ ਜਾਗ ਪਿਆ ਤੇ ਪੂਰਾ ਇੰਡੀਆ ਸਾਡਾ ਜਾਗ ਪਿਆ। ਸਭ ਤੋਂ ਵੱਡੀ ਪ੍ਰਾਪਤੀ ਇਹ ਆ। ਹੁਣ ਅੱਗੇ ਦੀ ਜਿਹੜੀ ਰਣਨੀਤੀ ਆ, ਜਿੱਦਾਂ ਸਾਡੇ ਫਰਮਾਨ ਸਿੰਘ ਸੰਧੂ ਬੈਠੇ ਨੇ, ਪ੍ਰਧਾਨ ਸਾਹਿਬ ਤੇ ਬ੍ਰਹਮਕੇ ਸਾਹਿਬ ਬੈਠੇ ਨੇ, ਇਹਨਾਂ ਦਾ ਹੁਕਮ ਆ, ਇਹਨਾਂ ਦੀ ਅਗਵਾਈ 'ਚ ਅਸੀਂ ਇੱਥੇ ਆਏ ਹਾਂ। ਸ਼ਾਂਤਮਈ ਧਰਨਾ ਸਾਡਾ ਸ਼ਾਂਤਮਈ ਚੱਲ ਰਹੇ ਹਾਂ। ਜਿੱਦਾਂ ਵੀ ਅਸੀਂ ਅੱਗੇ ਵੀ ਜੰਗ ਲੜੇ ਨੇ, ਪੰਜਾਬ ਨੇ ਪਹਿਲਾਂ ਵੀ ਜੰਗ ਲੜੇ ਨੇ, ਹਮੇਸ਼ਾ ਜਿੱਤ ਕੇ ਮੁੜਦੇ ਰਹੇ ਨੇ। ਜਿਹੜੇ ਦਿੱਲੀ ਦੇ ਤਖਤ ਨੇ ਘੋੜਿਆਂ ਮਗਰ ਪੱਟ ਕੇ ਅਸੀਂ ਅੰਮ੍ਰਿਤਸਰ, ਸਾਡਾ ਇਤਿਹਾਸ ਗਵਾਹ ਸੀ, ਲੈ ਕੇ ਜਾਂਦੇ ਰਹੇ ਹਾਂ, ਠੀਕ ਆ। ਪਰ ਅਜੇ ਸਾਡਾ ਧਰਨਾ ਸ਼ਾਂਤਮਈ ਆ। ਅਗਰ ਸਾਡੇ ਸਿਰ ਤੋਂ ਪਾਣੀ ਲੰਘਿਆ
ਫਿਰ ਉਹੋ ਜਿਹੀ ਰਣਨੀਤੀ ਅੱਗੇ ਤਿਆਰ ਕੀਤੀ ਜਾਊਗੀ। ਉੱਦਾਂ ਦੀ ਰਣਨੀਤੀ ਤਿਆਰ ਕੀਤੀ ਜਾਏਗੀ। ਮਤਲਬ ਸਰਕਾਰਾਂ ਨੂੰ ਸਿੱਧੇ ਤੌਰ ਦੇ ਉੱਤੇ ਇਹ ਚੇਤਾਵਨੀ ਹੈ ਕਿ ਸਾਡੀ ਸ਼ਰਾਫਤ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਤੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਗਲਤ ਖਬਰਾਂ ਪ੍ਰਚਾਰੀਆਂ ਜਾ ਰਹੀਆਂ ਨੇ। ਕਿਤੇ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ, ਕਿਤੇ ਅਲੱਗ ਖਿੱਤੇ ਦੇ ਨਾਲ ਜੋੜਿਆ ਜਾ ਰਿਹਾ ਹੈ, ਕਿਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਪੰਜਾਬੀ ਆਪਣਾ ਅਲੱਗ ਇਲਾਕਾ ਮੰਗ ਰਹੇ ਨੇ। ਅਜਿਹਾ ਕੁਝ ਨਹੀਂ ਹੈ। ਅਗਰ ਤੁਸੀਂ ਸਹੀ ਖਬਰਾਂ ਦੇਖਣੀਆਂ ਹੁੰਦੀਆਂ ਨੇ ਤਾਂ ਥੋੜ੍ਹਾ ਜਿਹਾ ਪੰਜਾਬ ਦਾ ਸੋਸ਼ਲ ਮੀਡੀਆ ਫਰੋਲ ਲਿਆ ਕਰੋ। ਨੈਸ਼ਨਲ ਲੈਵਲ ਦੇ ਜਿਹੜੇ ਚੈਨਲਸ ਹੈ ਨੇ ਉਹਨਾਂ ਨੇ ਸਿਰਫ ਉਹ ਦਿਖਾਉਣਾ ਹੈ, ਤੁਹਾਡੇ ਥਾਲੀ ਤੱਕ ਉਹ ਪਹੁੰਚਾਉਣਾ ਹੈ ਜੋ ਮੋਦੀ ਸਰਕਾਰ ਪਰੋਸਣਾ ਚਾਹੁੰਦੀ ਹੈ, ਜੋ ਤੁਹਾਨੂੰ ਦਿਖਾਉਣਾ ਚਾਹੁੰਦੀ ਹੈ। ਤੇ ਮੈਂ ਜਿੱਥੇ ਤੱਕ ਸੋਚਦਾ ਹਾਂ ਕਿ 90% ਲੋਕ ਅਜਿਹੇ ਨੇ ਜੋ DTH ਦੇ ਥਰੂ ਘਰਾਂ ਦੇ ਵਿੱਚ ਬੈਠ ਕੇ ਸਾਰਾ ਦਿਨ ਨਿਊਜ਼ ਦੇਖਦੇ ਨੇ ਤੇ ਗਲਤ ਨਿਊਜ਼ ਹੀ ਉਹਨਾਂ ਤੱਕ ਆਉਂਦੀ ਹੈ। ਜਿਸ ਕਰਕੇ ਅਸੀਂ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਤੱਕ ਨੂੰ ਅੱਜ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ। ਸਾਡੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਇਤਿਹਾਸ ਹੀ ਨਹੀਂ ਪਤਾ, ਉਹਨਾਂ ਨੂੰ ਜੋ ਦਿਖਾਇਆ ਗਿਆ, ਜੋ ਦਰਸਾਇਆ ਗਿਆ ਉਹੀ ਉਹਨਾਂ ਤੱਕ ਸੀਮਿਤ ਹੈ। ਤੇ ਅੰਤ ਦੇ ਵਿੱਚ ਮੈਂ ਇੱਕੋ ਹੀ ਚੀਜ਼ ਪੁੱਛਣਾ ਚਾਹਾਂਗਾ ਪ੍ਰਧਾਨ ਸਾਹਿਬ, ਕਿ ਤੁਹਾਨੂੰ ਸਰਕਾਰਾਂ ਦੇ ਉੱਤੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ, ਇਹ ਦੋ ਹੀ ਮੇਨ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਰੂਲ ਕਰਦੀਆਂ ਆਈਆਂ ਨੇ ਇੰਡੀਆ ਨੂੰ, ਤੁਹਾਨੂੰ ਲੱਗਦਾ ਹੈ ਕਿ ਜੋ ਭਾਜਪਾ ਕਰ ਰਹੀ ਹੈ, ਜੋ ਰਣਨੀਤੀ ਅਸੀਂ ਅਪਣਾਈ ਹੈ, ਇਹ ਸੱਜੇ ਕਿਤੇ ਮੰਨਣ ਵਾਲੇ ਨੇ? ਜੇ ਮੰਨ ਜਾਂਦੇ ਨੇ ਤਾਂ ਵੈਲ ਐਂਡ ਗੁੱਡ, ਜੇ ਨਹੀਂ ਮੰਨਦੇ ਤਾਂ ਅਗਲਾ ਕਦਮ, ਅਗਲੀ ਰਣਨੀਤੀ ਸਾਡੀ ਕੀ ਹੋਵੇਗੀ ਸਰਕਾਰਾਂ ਨੂੰ ਭੁੰਜੇ ਲਾਉਣ ਦੀ? ਇਹ RS ਦੀ ਟੀਮ ਆ ਮੋਦੀ ਤੇ ਵੱਡੇ ਘਰਾਣਿਆਂ ਦਾ ਦਲਾਲ ਆ। ਇਸ ਕਰਕੇ ਇਹਨੇ ਇਹੀ ਨੀਤੀ ਬਣਾਈ ਕਿ ਜੋ ਕੁਝ ਲੁੱਟ ਕੇ ਏਅਰਪੋਰਟ ਹੋ ਗਏ, ਸਾਡਾ ਜੋ ਵੀ ਰੇਲ ਮੰਤਰੀ ਹੋ ਗਿਆ, ਰੇਲਵੇ ਸਟੇਸ਼ਨ ਹੋ ਗਏ, ਮਾਲ ਗੱਡੀਆਂ ਦੇ ਹੋ ਗਈਆਂ, ਜੋ ਵੀ ਇਹਨਾਂ ਨੇ ਵੱਡੇ ਘਰਾਣਿਆਂ ਨੂੰ ਦੇ ਦਿੱਤਾ। ਇੱਥੋਂ ਤੱਕ ਕਿ ਇੰਡੀਆ ਦੇ ਏਅਰਪੋਰਟ ਵੀ ਵੇਚਦੇ ਨੇ, ਜੋ ਕੁਝ ਵੱਡੇ ਘਰਾਣਿਆਂ ਨੂੰ ਦੇ ਰਿਹਾ। ਇਸ ਕਰਕੇ ਮੋਦੀ ਦੀ ਮੂਵਮੈਂਟ ਜਿਹੜੀ ਆ ਹੁਣ ਖਤਮ ਹੋ ਜਾਣੀ ਆ। ਜਿਹੜੀ 6-7 ਸਾਲ ਚੱਲ ਗਈ ਹੈ ਨਾ, ਇਹ ਤੋਂ ਬਾਅਦ ਇਹ RS ਦਾ ਟੀਚਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ। ਇਹਦੇ 'ਚ ਨਵੇਂ ਲੋਕ ਆਉਣਗੇ ਤੇ ਉਹੋ ਜਿਹਾ ਕੰਮ ਸਿਰਜਿਆ ਜਾਊਗਾ। ਗੰਦੀ ਸਿਆਸਤ ਜਿਹੜੀ ਹੈ ਅਸਲ ਦੇ ਵਿੱਚ ਉਹਨੂੰ ਅਜਿਹੀ ਮੂਵਮੈਂਟ ਜਿਹੜੀ ਹੁਣ ਸ਼ੁਰੂ ਹੋਈ ਹੈ, ਇਹ ਗੰਦੀ ਸਿਆਸਤ ਨੂੰ ਸਾਫ਼ ਕਰੇਗੀ। ਇੱਕ ਨਵੇਂ ਪੰਜਾਬ ਦੇ ਨਾਲ ਨਵਾਂ ਹਰਿਆਣਾ, ਨਵਾਂ ਹਿਮਾਚਲ ਤੇ ਨਵਾਂ ਭਾਰਤ ਉੱਭਰ ਕੇ ਆਏਗਾ, ਨਵੀਂ ਸਿਆਸਤ ਉੱਭਰ ਕੇ ਆਏਗੀ। ਜਿਹੜੇ ਪੂੰਜੀਪਤੀਆਂ ਨੂੰ ਹੋਰ ਪੂੰਜੀਵਾਦੀ ਬਣਾ ਰਹੇ ਨੇ, ਗਰੀਬਾਂ ਨੂੰ ਹੋਰ ਤੜਪਾ ਰਹੇ ਨੇ, ਉਹਨਾਂ ਦੀਆਂ ਜ਼ਮੀਨਾਂ ਤੱਕ ਖੋਹਣ ਤੇ ਆ ਗਏ, ਹੁਣ ਉਹਨਾਂ ਨੂੰ ਦਰਕਿਨਾਰ ਕੀਤਾ ਜਾਏਗਾ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਅਸੀਂ ਦੇਸ਼ ਵਿਦੇਸ਼ ਦੇ ਸੰਗਤ ਨੂੰ, ਕਿਸਾਨ, ਆਵਾਮ ਤੇ ਜਵਾਨ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਵੇਂ ਸਾਡੀਆਂ ਮਾਤਾਵਾਂ ਨੇ, ਭੈਣਾਂ ਨੇ ਸਿਰ ਤੇ ਪਿਆਰ ਦੇ ਕੇ ਸਾਨੂੰ ਦਿੱਲੀ ਵੱਲ ਨੂੰ ਤੋਰਿਆ ਹੈ, ਔਰ ਨਾਲ ਦੀ ਨਾਲ ਗੱਲ ਇਹ ਕਹੀ ਆ ਵੀ ਦਿੱਲੀ ਤੋਂ ਵਾਪਸ ਤੁਸੀਂ ਉਦੋਂ ਆਉਣਾ ਹੈ। ਇਹ ਜੰਗ ਜਿਹੜਾ ਹੈ, ਇਹ ਮੋਰਚਾ ਹੈ, ਇਹਨੂੰ ਫਤਿਹ ਕਰਕੇ ਵਾਪਸ ਮੁੜਨਾ ਹੈ। ਔਰ ਆਪ ਜੀ ਦੇ ਮਾਧਿਅਮ ਰਾਹੀਂ ਇੱਕ ਗੱਲ ਮੈਂ ਹੋਰ ਆਪਣੇ ਜਵਾਨ, ਕਿਸਾਨ ਤੇ ਆਵਾਮ ਨੂੰ ਕਹਿਣੀ ਚਾਹਣਾ ਵੀ ਇੰਟੈਲੀਜੈਂਸੀ ਦੇ ਬੰਦਿਆਂ ਤੋਂ ਔਰ ਮੋਦੀ ਦੇ ਛੱਡੇ ਹੋਇਆਂ ਸਾਰਿਆਂ ਬੰਦਿਆਂ ਤੋਂ ਸੁਚੇਤ ਹੋ ਕੇ ਰਹਿਣ। ਕੋਈ ਵੀ ਇਹਨਾਂ ਦੇ ਬਹਿਕਾਵੇ ਵਿੱਚ ਆ ਕੇ ਇਹ ਗੱਲ ਜਿਵੇਂ ਆਪਦੇ ਲੀਡਰਾਂ ਨੂੰ ਕਹੀ ਜਾਂਦੀ ਹੈ ਫਲਾਣਾ ਵਿਕ ਗਿਆ, ਫਲਾਣਾ ਇਸ ਤਰ੍ਹਾਂ ਹੋ ਗਿਆ, ਲੀਡਰਾਂ ਤੇ ਵਿਸ਼ਵਾਸ ਰੱਖਿਆ ਜਾਵੇ। ਜੇ ਲਗਾਤਾਰ 3 ਮਹੀਨਿਆਂ ਤੋਂ ਐਡਾ ਵੱਡਾ ਅੰਦੋਲਨ ਪੰਜਾਬ 'ਚ ਵਿੱਢ ਕੇ ਅਸੀਂ ਇੱਥੋਂ ਤੱਕ ਲਿਆ ਸਕਨੇ ਆ ਤੇ ਅਸੀਂ ਲੀਡਰ ਕਦੀ ਕਿਸੇ ਦੇ ਬਹਿਕਾਵੇ ਵਿੱਚ ਆਉਣ ਵਾਲੇ ਨਹੀਂ, ਨਾ ਅਸੀਂ ਵਿਕਾਂਗੇ, ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਹੋਵੇਗਾ। ਜਿਹੜਾ ਲੀਡਰ ਵਿਕੇਗਾ ਉਹਨੂੰ ਜੁੱਤੀਆਂ ਵੀ ਕੌਮ ਮਾਰੇਗੀ, ਉਹਦਾ ਲਿਹਾਜ਼ ਵੀ ਬਿਲਕੁਲ ਨਹੀਂ ਰੱਖਿਆ ਜਾਵੇਗਾ, ਚਾਹੇ ਉਹ ਮੈਂ ਖੁਦ ਕਿਉਂ ਨਾ ਹੋਵਾਂ, ਭਾਵੇਂ ਸਾਰੇ ਸੰਗਠਨਾਂ ਦੇ ਵਿੱਚ ਆ ਤੇ ਚਾਹੇ ਕੋਈ ਹੋਰ ਲੀਡਰ ਹੋਵੇ। ਜਦੋਂ ਵੀ ਕਿਸੇ ਲੀਡਰ ਨੇ ਕਿਸਾਨਾਂ ਦੇ ਨਾਲ ਜਾਂ ਕੌਮ ਨਾਲ ਗਦਾਰੀ ਕੀਤੀ ਹੈ, ਕੌਮ ਨੇ ਉਹਨੂੰ ਬਖਸ਼ਿਆ ਨਹੀਂ, ਨਾ ਉਹਨੂੰ ਕਿਸਾਨਾਂ ਨੇ ਬਖਸ਼ਿਆ। ਮੈਂ ਅੰਤ ਵਿੱਚ ਆਪ ਜੀ ਦੇ ਗੁਰਬਾਣੀ ਖੰਡ ਬਾਣੀ ਦਾ ਆਪ ਜੀ ਦੇ ਸਾਰੇ ਕਿਸਾਨਾਂ ਵੱਲੋਂ ਔਰ 30 ਜਥੇਬੰਦੀਆਂ ਵੱਲੋਂ ਧੰਨਵਾਦ ਕਰਦਾ ਹਾਂ। ਔਰ ਇਸੇ ਤਰ੍ਹਾਂ ਤੁਸੀਂ ਇਸ ਚੈਨਲ ਦੇ ਨਾਲ ਜਿਹੜੀ ਸੱਚਾਈ ਹੈਗੀ ਏ ਉਹਨੂੰ ਪੇਸ਼ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੁਣ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿੱਦਾਂ ਕਲਗੀਧਰ ਨੇ ਕਿਹਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰਤਲੀ ਗਲੀ ਮੋਰੀ ਆਓ। ਤੇ ਹੁਣ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਹੈ ਨੇ ਇਕਜੁੱਟ ਹੋ ਕੇ ਸਿਰ ਨਾਲ ਸਿਰ ਜੋੜ ਕੇ ਕਹਿ ਸਕਦੇ ਹਾਂ ਕਿ ਜਾਨ ਤਲੀ ਤੇ ਧਰ ਕੇ ਆ ਗਈਆਂ ਨੇ, ਦਿੱਲੀ ਦੀ ਹਿੱਕ ਤੇ ਬਹਿ ਗਈਆਂ ਨੇ। ਤੇ ਦਿੱਲੀ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਗਲਤ ਨੀਤੀਆਂ, ਰਣਨੀਤੀਆਂ ਅਪਣਾਉਣੀਆਂ ਬੰਦ ਕਰ ਦੇਣ, ਕਿਉਂਕਿ ਇਹਨਾਂ ਨੂੰ ਹਰ ਨੀਤੀ ਵੀ ਬਣਾਉਣੀ ਆਉਂਦੀ ਹੈ, ਹਰ ਰਣਨੀਤੀ ਵੀ ਅਪਣਾਉਣੀ ਆਉਂਦੀ ਹੈ, ਪਰ ਇਹਨਾਂ ਨੂੰ ਮਜਬੂਰ ਨਾ ਕੀਤਾ ਜਾਵੇ।
ਜੋ ਕੰਮ ਇਹ ਕਰਦੇ ਨੇ ਇਹਨਾਂ ਨੂੰ ਉਹ ਕੰਮ ਦੇ ਵਿੱਚ ਰਹਿਣ ਦਿੱਤਾ ਜਾਵੇ। ਜਦੋਂ ਮੈਂ ਕੁਝ ਮਾੜਾ ਬੋਲਦਾ ਆ ਜਾਂ ਕਹਿ ਸਕਦੇ ਹੋ ਗਰਮ ਬੋਲਦਾ ਤਾਂ ਉਦੋਂ ਤੁਹਾਨੂੰ ਬਹੁਤ ਗੁੱਸਾ ਚੜ੍ਹਦਾ ਆ। ਮੈਂ ਲਾਸਟ ਇੱਕ ਵਾਰ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਗੱਲ ਕਹੀ ਸੀ, ਕਿਸਾਨ ਵੀਰ ਨੇ ਹੱਥਾਂ 'ਚ ਕਹੀਆਂ ਨੇ, ਰਹਿਣ ਦਿਓ। ਪੰਜਾਬ ਹੈ ਬਹੁਤ ਮਾੜੇ ਦੌਰਾਂ ਤੋਂ ਗੁਜ਼ਰਿਆ ਆ, ਭੁੱਲਿਆ ਨਹੀਂ। ਪੰਜਾਬੀਆਂ ਨੇ ਹਥਿਆਰ ਛੱਡੇ ਨੇ, ਚਲਾਣਾ ਭੁੱਲੇ ਨਹੀਂ। ਦਿੱਲੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ। ਇਹ ਮੈਂ ਕਿਸੇ ਨੂੰ ਭੜਕਾਉਣ ਵਾਸਤੇ ਨਹੀਂ ਕਿਹਾ ਸੀ, ਨਾ ਕਿਸੇ ਨੂੰ ਅਸੀਂ ਪਿੰਚ ਕਰਨ ਵਾਸਤੇ ਕਿਹਾ ਸੀ। ਇਹ ਪੰਜਾਬ ਦੀ ਉਹ ਸੱਚਾਈ ਹੈ ਜੋ ਬੱਚੇ ਦੇ ਜ਼ਿਹਨ ਦੇ ਵਿੱਚ ਜਿਉਂਦੀ ਹੈ, ਤੇ ਉਹ ਜ਼ਖਮ ਨੇ ਜਿਹੜੇ ਸਾਨੂੰ ਰਹਿ ਕੇ ਸਤਾਉਂਦੇ ਨੇ। ਅਗਰ ਅਸੀਂ 84 ਦਾ ਦਰਦ ਸਹਿਣ ਕੀਤਾ ਹੈ, ਅਗਰ ਅਸੀਂ ਆਪਣੀ ਨੌਜਵਾਨੀ ਦਾ ਘਾਣ ਨਸ਼ੇ ਨਾਲ ਹੁੰਦਾ ਦੇਖਿਆ ਹੈ, ਅਸੀਂ ਅਗਰ ਆਪਣੇ ਗੁਰੂਆਂ ਦੀ ਬੇਅਦਬੀ ਗਲੀਆਂ 'ਚ ਹੁੰਦੀ ਵੇਖੀ ਹੈ, ਬਰਦਾਸ਼ਤ ਕੀਤੀ ਹੈ, ਪਰ ਅਗਰ ਸਾਡਾ ਹੁਣ ਅੰਨਦਾਤਾ ਤੁਸੀਂ ਸੜਕਾਂ ਤੇ ਲਿਆ ਕੇ ਬੇਪੱਤ ਕਰੋਗੇ, ਉਹਨਾਂ ਜੋਗਾ ਨਹੀਂ ਰਹਿਣ ਦਵੋਗੇ, ਤਾਂ ਜਿਨ੍ਹਾਂ ਨੇ ਇਹ ਸਾਰੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਹੁਣ ਅਸੀਂ ਖੂੰਜੇ ਲਾ ਕੇ ਰਹਾਂਗੇ। ਇਸੇ ਦੇ ਨਾਲ ਮੈਂ ਫਿਰ ਤੋਂ ਹੀ ਕਹਾਂਗਾ, ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ੍ਹ ਕੇ ਮਾਫੀ ਹੈ ਜੀ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਹੈ ਕਿ ਜਿੰਨਾ ਸੰਘਰਸ਼ ਤੁਸੀਂ ਗਰਾਊਂਡ ਜ਼ੀਰੋ ਦੇ ਉੱਤੇ ਕਰ ਰਹੇ ਹੋ, ਉਸੇ ਦੇ ਨਾਲ ਇਸ ਵੱਲ ਵੀ ਸੰਘਰਸ਼ ਕਰੋ ਕਿ ਆਪਣੇ ਇਲਾਕੇ ਦੇ ਵਿੱਚੋਂ ਚੰਗੇ MLA ਜਾਂ MPs ਵਾਸਤੇ ਵੀ ਚਿਹਰੇ ਲੱਭਣੇ ਸ਼ੁਰੂ ਕਰੋ, ਤਾਂ ਕਿ 2022 ਦੀਆਂ ਚੋਣਾਂ ਦੇ ਵਿੱਚ ਕਿਸੇ ਰਵਾਇਤੀ ਪਾਰਟੀ ਵੱਲ ਤੁਸੀਂ ਨਾ ਤੱਕੋ। ਤੁਸੀਂ ਆਪਣੀ ਇੱਕ ਪਾਰਟੀ ਮਜ਼ਬੂਤ ਏਕੇ ਦੇ ਨਾਲ, ਜਿਹੜਾ 30 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਉਹ 30 ਜਥੇਬੰਦੀਆਂ ਮਿਲ ਕੇ ਆਪਣੇ ਇਲਾਕੇ ਦੇ MP ਤੇ MLAs ਫਾਈਨਲ ਕਰਨ ਕੌਣ ਕਿੱਥੋਂ ਲੜੂਗਾ, ਕੌਣ ਕਿੱਥੋਂ ਖੜੂਗਾ, ਤਾਂ ਜੋ ਇਹਨਾਂ ਰਵਾਇਤੀ ਪਾਰਟੀਆਂ ਦੇ ਮੂੰਹ 'ਚ ਇੱਕ ਅਜਿਹੀ ਕਰਾਰੀ ਚਪੇੜ ਪੈ ਸਕੇ, ਤਾਂ ਇਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਨੂੰ ਸਾਂਭਣ ਵਾਸਤੇ ਹੁਣ ਨੌਜਵਾਨੀ ਆ ਗਈ ਹੈ। ਤੇ ਨਾਲ ਹੀ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਕਹਾਂਗਾ, ਜਿੱਥੇ ਤੱਕ ਰਹੀ ਫੰਡਿੰਗ ਦੀ ਗੱਲ, ਖਰਚੇ ਦੀ ਗੱਲ, ਬਹੁਤ ਸਾਰੇ ਵਿਦੇਸ਼ਾਂ ਤੋਂ ਕਾਲਸ ਆਉਂਦੇ ਨੇ, NRIs ਬੈਠੇ ਹੋਏ ਨੇ, ਉਹ ਕਹਿੰਦੇ ਨੇ ਤੁਸੀਂ ਕਦਮ ਇੱਕ ਵਧਾਓ, 10 ਕਦਮ ਤੁਹਾਨੂੰ ਧੱਕਾ ਲਾਉਣ ਵਾਸਤੇ ਅਸੀਂ ਨਾਲ ਖੜੇ ਹਾਂ ਜਿੱਥੇ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ। ਇਸੇ ਦੇ ਨਾਲ ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।